नहीं 8:30 ਵਜੇ ਤਬੀਅਤ ਖਰਾਬ ਹੋਈ, ਤੁਸੀਂ 10 ਵਜੇ ਲੈ ਕੇ ਨਿਕਲੇ ਹੋ ਤੇ 2-2.5 ਘੰਟੇ ਜਿਹੜਾ 1.5-2 ਘੰਟੇ ਉਹਦੇ ਵਿੱਚ ਸੀ, ਉਹ ਕੀ ਹੁੰਦਾ ਰਿਹਾ? ਜਿਨਾਹ ਹਸਪਤਾਲ ਤੁਸੀਂ ਬਿਲਕੁਲ ਜ਼ਿੰਦਾ ਲੈ ਕੇ ਗਏ ਕਿ ਤੁਹਾਡੀ ਤੇ ਸ਼ਰਾਫਤ ਦੀ ਬਹੁਤ ਜ਼ਿਆਦਾ ਮਿਊਚੁਅਲ ਅੰਡਰਸਟੈਂਡਿੰਗ ਹੈ, ਤੁਸੀਂ ਦੋਵਾਂ ਨੇ ਕੋਈ ਪਰਦਾ ਪਾਇਆ ਹੈ। ਸਾਹਿਲ ਕਹਿ ਰਿਹਾ ਸੀ ਜੀ ਜਦੋਂ ਮੈਂ ਪੈਸੇ ਲੈਣ ਗਿਆ ਵਾਂ ਝੰਡਾ ਚੌਕ, ਇਹ ਸ਼ਰਾਫਤ ਵੀ ਉੱਥੇ ਹੀ ਖੜਾ ਸੀ ਝੰਡਾ ਚੌਕ ਮੁਸ਼ਤਾਕ ਠੇਕੇਦਾਰ ਦੇ ਘਰ ਦੇ ਬਾਹਰ। ਮੁਸ਼ਤਾਕ ਭਾਈ ਤੁਸੀਂ ਇਹ ਦੱਸੋ ਕਿ ਕਬਰਕੁਸ਼ਾਈ ਦੇ ਵਿੱਚ ਤਖੀਰ ਤੇ ਦੇਰ ਕਿਉਂ ਹੋਈ? ਸ਼ਬੀਰ ਫੌਤ ਹੋ ਗਿਆ, ਉਹਦੀ ਵਾਲਦਾ ਜਿਹੜੀ ਏ ਉਹਨੇ ਤੁਹਾਡੇ ਨਾਲ ਪੈਸਿਆਂ ਦਾ ਹਿਸਾਬ ਕੀਤਾ ਸੀ, ਲੋਕੀ ਕਹਿੰਦੇ ਨੇ ਬਹੁਤ ਜ਼ਿਆਦਾ ਪੈਸੇ ਲੈਣੇ ਸੀ, ਇਹ ਸਾਰਾ ਮਾਮਲਾ ਉਹਦੀ ਵਜ੍ਹਾ ਤੋਂ ਵਿਗੜਿਆ, ਕੀ ਕਹੋਗੇ? ਇੱਕ ਹੋਰ ਬੰਦਾ ਦਾੜੀ ਵਾਲਾ ਲਾਈਫ ਇਸਲਾਮੀ ਚੈਨਲ ਦੇ ਉੱਤੇ ਆ ਕੇ ਇੰਟਰਵਿਊ ਕਰ ਰਿਹਾ, ਉਹ ਕਹਿ ਰਿਹਾ ਜੀ मुश्ताक का किरदार ही हो जाए एनजी करता है। बिस्मिल्लाहिर्रहमानिर्रहीम, अस्सलाम वालेकुम नाज़रीन, मैं हूँ राजा नसीर फजल और आप देख रहे हैं राजा न्यूज़ नेटवर्क। नाज़रीन, शबीर की कब्र कुशाई का मामला, पोस्टमार्टम की रिपोर्ट भी आने वाली है बिल्कुल जल्द, और मुश्ताक ठेकेदार मेरे साथ मौजूद हैं। कुछ सवालात थे जो हमने मुश्ताक भाई से क्लैरिफाई करने थे, पूछने थे। अस्सलाम वालेकुम मुश्ताक साहब। वालेकुम सलाम सर की हाल जे? दुआवां सर। सर ये दसो कि लोगों ने सवाल किया है कि तुसी 9:45 ਵਜੇ ਦਾ ਵਾਕਿਆ, 8:30 ਪੌਣੇ 9 ਵਜੇ ਦਾ ਵਾਕਿਆ, ਤੁਸੀਂ ਜਿਨਾਹ ਹਸਪਤਾਲ 11:30 ਵਜੇ ਤੱਕ ਪਹੁੰਚੇ ਹੋ। ਜਿਨਾਹ ਹਸਪਤਾਲ 'ਚ ਜਦੋਂ ਤੁਸੀਂ ਪਹੁੰਚੇ ਸੀ ਉਦੋਂ ਤੁਸੀਂ ਐਮਰਜੈਂਸੀ 'ਚ ਲੈ ਕੇ ਉਹਨੂੰ ਨਹੀਂ ਗਏ ਬਲਕਿ ਆਊਟਡੋਰ ਵੱਲ ਭੱਜੇ ਹੋ, ਇਹ ਕੀ ਰੋਲਾ ਹੈ? ਇਹਨੇ ਦੌਰਾਨ ਉਹ ਕਿੱਥੇ ਸੀ? ਸ਼ਬੀਰ ਨੂੰ ਤੁਸੀਂ ਲੈ ਕੇ ਘੁੰਮਦੇ ਰਹੇ, ਕੀ ਮਾਮਲਾ ਕੀ ਹੈ ਵਿੱਚ? ਸਾਰੇ ਸਭ ਝੂਠ ਹੈ ਜਿਹੜੀ ਵੀ ਗੱਲ ਕਰ ਰਹੇ ਨੇ। 8:30 ਵਜੇ ਉਹਦੀ ਤਬੀਅਤ ਖਰਾਬ ਹੋਈ ਹੈ, 10 ਵਜੇ ਲੈ ਕੇ ਉਹਨੂੰ ਮੈਂ ਇੱਥੋਂ ਨਿਕਲਿਆ ਦਾ, ठीक ਅੱਧੇ ਘੰਟੇ ਬਾਅਦ ਮੈਂ ਜਿਨਾਹ ਹਸਪੀਟਲ ਪਹੁੰਚ ਕੇ ਲੈ ਕੇ ਉਹਨੂੰ। ਨਹੀਂ 8:30 ਵਜੇ ਤਬੀਅਤ ਖਰਾਬ ਹੋਈ, ਤੁਸੀਂ 10 ਵਜੇ ਲੈ ਕੇ ਨਿਕਲੇ ਹੋ ਤੇ 2-2.5 ਘੰਟੇ ਜਿਹੜਾ 1.5-2 ਘੰਟੇ ਉਹਦੇ ਵਿੱਚ ਸੀ, ਉਹ ਕੀ ਹੁੰਦਾ ਰਿਹਾ? ਉਹ ਪਹਿਲੇ ਤੋਂ ਉਹਦੀ ਦਵਾਈ ਲਈ ਹੈ ਮੈਡੀਕਲ ਸਟੋਰ ਤੋਂ, ਉਹਦੀ ਦਵਾਈ ਲੈ ਕੇ ਹਟ ਕੇ ਦੂਸਰੇ ਹਸਪੀਟਲ ਗਿਆ। ਦੂਸਰੇ ਹਸਪੀਟਲ ਵਾਲਿਆਂ ਜਦੋਂ ਜਵਾਬ ਦਿੱਤਾ ਨਾ ਕਿ ਭਾਈ ਜੀ ਇਹਨੂੰ ਜਲਦੀ ਨਾਲ ਜਿਨਾਹ ਲੈ ਕੇ ਪਹੁੰਚੋ, ਇਹਨੂੰ ਅਟੈਕ ਦਾ ਮਸਲਾ ਹੋ ਗਿਆ। ਇਹਦੀ ਵਾਲਦਾ ਨੂੰ ਕਾਲ ਕੀਤੀ, ਇਹਦੀ ਸੱਸ ਨੂੰ ਕਾਲ ਕੀਤੀ ਹੈ, ਕਾਲ ਕਰਕੇ ਅਟ ਕੇ ਇਹ ਘਰੋਂ, ਇਹਨਾਂ ਦਾ ਘਰ ਥੋੜ੍ਹਾ ਦੂਰ ਸੀ, ਇਹ ਪੈਦਲ ਆਏ ਨੇ ਟੁਰ ਕੇ, ਫਿਰ ਅੱਗੋਂ ਗਿਆ ਇਹਨਾਂ ਨੂੰ ਮੋਟਰਸਾਈਕਲ 'ਤੇ ਚੁੱਕ ਤੇ ਲਿਆਇਆ। ਡਾਕਟਰ ਬਾਰ-ਬਾਰ ਮੇਰੇ ਨਾਲ ਬੋਲ ਰਿਹਾ ਸੀ ਕਿ ਇਹਨੂੰ ਜਲਦੀ ਨਾਲ ਲੈ ਕੇ ਜਿਨਾਹ ਹਸਪੀਟਲ ਪਹੁੰਚੋ। ਉਹਦੇ ਵਿੱਚ ਇਹਨਾਂ ਨੂੰ ਲਿਆਉਣ ਕੇ ਆਉਣ ਦੇ ਵਿੱਚ ਤਕਰੀਬਨ ਮੇਰਾ ਕੋਈ ਘੰਟਾ ਉੱਥੇ ਜ਼ਾਇਆ ਹੋ ਗਿਆ। ਡਾਕਟਰ ਮੈਨੂੰ ਇਹ ਗੱਲ ਕਰ ਰਿਹਾ ਸੀ ਕਿ ਇਹਨੂੰ ਜਲਦੀ ਨਾਲ ਲੈ ਕੇ ਪਹੁੰਚ ਯਾਰ, ਜਿੰਨੇ ਵੀ ਜੀ ਆ ਗਏ ਨੇ ਕੋਈ ਗੱਲ ਨਹੀਂ, ਇਹਨੂੰ ਲੈ ਕੇ ਜਲਦੀ ਪਹੁੰਚ, ਇਹ ਨਾ ਹੋਵੇ ਕਿ ਇਹਦਾ ਕੁਝ ਜ਼ਿਆਦਾ ਨਾ ਮਸਲਾ ਬਣ ਜਾਵੇ। ਜਿਨਾਹ ਹਸਪਤਾਲ ਤੁਸੀਂ ਬਿਲਕੁਲ ਜ਼ਿੰਦਾ ਲੈ ਕੇ ਗਏ ਸੀ? ਹਾਂਜੀ ਬਿਲਕੁਲ, ਜਿਹੜਾ ਸੀ ਨਹੀਂ ਥੋੜ੍ਹਾ ਜਿਹਾ ਬੇਹੋਸ਼ੀ ਦੀ ਹਾਲਤ 'ਚ ਆਇਆ ਸੀ, ਲੇਕਿਨ ਉਦੋਂ ਜਾ ਹੈਗਾ ਸੀ ਦਾ ਸਾਰਿਆਂ ਨੂੰ ਵੇਖਦਾ ਸੀ, ਸਾਰੀ ਗੱਲਬਾਤ ਸੀ। ਲੇਕਿਨ ਜਦੋਂ ਅਸੀਂ ਇੱਥੋਂ ਜਿਨਾਹ ਲੈ ਕੇ ਪਹੁੰਚੇ ਨਾ, ਉਦੋਂ ਅਸੀਂ ਐਮਰਜੈਂਸੀ ਵਾਰਡ ਦੇ ਬੂਹੇ ਦੇ ਅੱਗੇ ਖਲੋਤੇ ਹਾਂ ਜਿੱਥੇ ਅੰਦਰ ਲੈ ਕੇ ਜਾਂਦੇ ਨੇ। ਅੜ ਕੇ ਉੱਥੇ ਸਾਨੂੰ ਹੱਥ ਵਾਲੀ ਰੇਹੜੀ ਨਹੀਂ ਮਿਲੀ ਜਿਹਦੇ ਉੱਤੇ ਅਸੀਂ ਪਾ ਕੇ ਜਾਣਾ ਸੀ, ਉਹ ਮੈਂ ਦੂਸਰੇ ਗੇਟ ਤੋਂ ਲੈਣ ਗਿਆ ਦਾ। ਉਹਦੇ ਵਿੱਚ ਜਿਹੜਾ ਨਾ ਉਹਦੀ ਵਾਲਦਾ ਕਹਿ ਰਹੀ ਕਿ ਦੂਸਰੇ ਗੇਟ 'ਤੇ ਲੱਗਾ ਫਿਰਿਆ ਦਾ, ਇਹ ਸਾਡੇ ਮੁੰਡੇ ਨੂੰ ਜਿਹੜਾ ਨਾ ਜਿਨਾਹ ਲੈ ਕੇ ਨਹੀਂ ਪਹੁੰਚਿਆ, ਵੀ ਐਮਰਜੈਂਸੀ ਵਾਰਡ ਦੇ ਵਿੱਚ ਲੈ ਕੇ ਨਹੀਂ ਪਹੁੰਚਿਆ। ਇਹ ਕਿਉਂ ਲੋਕੀ ਕਹਿੰਦੇ ਨੇ ਕਿ ਤੁਸੀਂ ਐਮਰਜੈਂਸੀ ਜਾਣ ਦੀ ਬਜਾਏ ਜ਼ਾਹਿਰ ਮਰੀਜ਼ ਸੀਰੀਅਸ ਸੀ ਤੇ ਤੁਸੀਂ ਕਿਸੇ ਹੋਰ ਉਹਦੇ ਉੱਥੇ ਕੀ ਮਾਮਲਾ ਐਸਾ ਪੇਸ਼ ਆਇਆ? ਸਰ ਜਿਹੜਾ ਜਿਨਾਹ ਹਸਪੀਟਲ ਦਾ ਯੂਟਰਨ ਹੈ ਨਾ, ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿ ਉੱਤਲੀ ਸਾਈਡ ਤੋਂ ਲੈ ਕੇ ਇੰਜ ਨੂੰ ਆਉਣਾ ਪੈਂਦਾ। ਉਹ ਯੂਟਰਨ ਲੈ ਕੇ ਮੈਂ ਉੱਤੋਂ ਦੀ ਆਇਆ ਅਤੇ ਉਹਦੇ ਜਿਹੜੀ ਵਾਲਦਾ ਹੈ ਅਤੇ ਉਹਦੀ ਸੱਸ ਹੈ ਨਾ ਜਿਹੜੀ, ਉਹਨਾਂ ਸਮਝਿਆ ਕਿ ਪਤਾ ਨਹੀਂ ਕਰੀਮ ਬਲਾਕ ਫਿਰ ਰਿਹਾ ਦਾ, ਲੇਕਿਨ ਇਸ ਚੀਜ਼ ਦਾ ਸਾਰਿਆਂ ਨੂੰ ਪਤਾ ਹੈ ਕਿ ਉਹਦਾ ਯੂਟਰਨ ਉਤਲੀ ਸਾਈਡ 'ਤੇ। ਜਿਹੜੀਆਂ ਦੂਸਰੀਆਂ ਪੁੱਲਾਂ ਨੇ ਨਾ ਜਿਹੜੀਆਂ, ਉਹਦਾ ਪੁੱਲ ਦੇ ਉੱਤੇ ਯੂਟਰਨ ਬਣਿਆ, ਇਸ਼ਾਰਾ ਲੱਗਿਆ। ਉਹਦਾ ਜਿਹੜਾ ਨਾ ਜਿਨਾਹ ਹਸਪੀਟਲ ਦਾ ਉੱਤੋਂ ਦੀ ਇੰਜ ਫਿਰ ਕੇ ਆਉਣਾ ਪੈਂਦਾ, ਉਹਦਾ ਯੂਟਰਨ ਅੱਗੇ ਜਾ ਕੇ ਥੋੜ੍ਹਾ ਦੂਰ ਆਉਂਦਾ, ਉਹਦੇ ਖਤਮ ਕਰ ਦਿੱਤਾ, ਅੱਗੋਂ ਦੀ ਆਉਣਾ ਪੈਂਦਾ। ਉਹਨਾਂ ਇਹ ਸਮਝਿਆ ਕਿ ਇਹ ਉੱਥੇ ਕਰੀਮ ਬਲਾਕ ਲੈ ਕੇ ਫਿਰ ਰਿਹਾ ਸੀਗਾ। ਮੁਸ਼ਤਾਕ ਭਾਈ, ਉਹ ਇਸ ਤੋਂ ਬਾਅਦ ਲੋਕੀ ਇਹ ਕਹਿ ਰਹੇ ਨੇ ਕਿ ਤੁਹਾਡੀ ਤੇ ਸ਼ਰਾਫਤ ਦੀ ਬਹੁਤ ਜ਼ਿਆਦਾ ਮਿਊਚੁਅਲ ਅੰਡਰਸਟੈਂਡਿੰਗ ਹੈ, ਤੁਸੀਂ ਦੋਵਾਂ ਨੇ ਕੋਈ ਪਰਦਾ ਪਾਇਆ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡੀ ਸ਼ਰਾਫਤ ਨਾਲ ਕਦੋਂ ਦੀ ਮਿਊਚੁਅਲ ਅੰਡਰਸਟੈਂਡਿੰਗ ਹੈ? ਸ਼ਬੀਰ ਦੇ ਬਾਰੇ ਕੀ ਅੰਡਰਸਟੈਂਡਿੰਗ ਹੈ ਤੁਹਾਡੀ? ਸ਼ਬੀਰ ਦੇ ਬਾਰੇ ਕੋਈ ਵੀ ਨਹੀਂ ਹੈਗੀ ਕਿਸੇ ਗੱਲ ਦੀ। ਸ਼ਬੀਰ ਹੋਰੀ ਉਹਦੇ ਕੋਲ ਕਾਫੀ ਅਰਸੇ ਤੋਂ ਦਵਾਈ ਲੈ ਰਹੇ ਨੇ, ਸਾਰਾ ਕੁਝ ਕਰ ਰਹੇ ਨੇ, ਲੇਕਿਨ ਮੇਰਾ ਉਹਦਾ ਤਲਕ ਤਕਰੀਬਨ ਕੋਈ ਸਾਲ ਕੁ ਹੋ ਗਿਆ ਮੇਰਾ ਉਹਦਾ ਤਲਕ ਬਣਿਆ ਦਾ, ਇਸਲਾਮ ਦਾ ਬਣੀ ਹੈ। ਸ਼ਰਾਫਤ ਨਾਲ? ਸ਼ਰਾਫਤ ਨਾਲ। ਪਹਿਲੇ ਨਹੀਂ ਸੀ ਤੁਸੀਂ ਜਾਣਦੇ? ਪਹਿਲੇ ਨਹੀਂ ਸੀ ਮੈਂ ਜਾਣਦਾ। ਉਹ ਫਿਰ ਕੋਈ ਸਾਲ ਕੁ ਹੋਇਆ ਦਾ ਅਤੇ ਮੇਰੀ ਉਹਦੇ ਨਾਲ ਇਸਲਾਮ ਤੋਂ ਹੈਗੀ ਸੀ, ਗੱਲਬਾਤ ਹੈਗੀ ਸੀ। ਬਾਈ ਚਾਂਸ ਸਾਡਾ ਠੇਕੇਦਾਰੀ ਦਾ ਨਿਜ਼ਾਮ ਐਸਾ ਹੈ ਕਿ ਕਈ ਮਾਲਕ ਜਿਹੜੇ ਨਾਲ ਪੇਮੈਂਟ ਨਹੀਂ ਦਿੰਦੇ, ਲੇਬਰ ਜਿਹੜੀ ਮਜਬੂਰ ਕਰ ਦਿੰਦੀ। ਸਾਡੇ ਛੋਟੇ ਛੋਟੇ ਬੱਚੇ ਨੇ, ਅਸੀਂ ਜਾ ਕੇ ਰੋਟੀ ਲਿਆਉਣੀ ਹੈ, ਦੁੱਧ ਲਿਆਉਣਾ, ਵੀ 100 ਮਸਲੇ ਮਸਾਲ ਦੱਸਦੇ ਨੇ। ਬਾਈ ਚਾਂਸ ਜਾ ਕੇ ਉਹਦੇ ਕੋਲ 1000-2000 ਰੁਪਈਆ ਮੈਂ ਫੜ ਲੈਣਾ, ਉਹ ਲੇਬਰ ਨੂੰ ਖਰਚਾ ਦੇ ਦੇਣਾ, ਅੱਗੋਂ ਸੁਬਾਹ ਉਹਨੂੰ ਮੈਂ ਵਾਪਸ ਦੇ ਦੇਣਾ। ਸਿਰਫ ਇੱਥੋਂ ਤੱਕ ਮੇਰੀ ਗੱਲਬਾਤ ਹੈ। ਸ਼ਬੀਰ ਵੀ ਕਿੰਨੀ ਵਾਰੀ ਲਿਆਇਆ, ਬਲਾਲ ਕਿੰਨੀ ਵਾਰੀ ਲਿਆਇਆ। ਇਸ ਗੱਲ ਦਾ ਲੇਬਰ ਜਿਹੜੀ ਮੇਰੇ ਕੋਲ ਕੰਮ ਕਰ ਰਹੀ ਸੀ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਦਾ ਥੋੜ੍ਹਾ ਬਹੁਤਾ ਲੈਣ ਦੇਣ ਚੱਲਦਾ ਹੈ। ਅਤੇ ਉਹਦਾ ਭਰਾ ਸਾਹਿਲ ਕਹਿ ਰਿਹਾ ਸੀ ਜੀ ਜਦੋਂ ਮੈਂ ਪੈਸੇ ਲੈਣ ਗਿਆ ਵਾਂ ਝੰਡਾ ਚੌਕ, ਇਹ ਸ਼ਰਾਫਤ ਵੀ ਉੱਥੇ ਹੀ ਖੜਾ ਸੀ ਝੰਡਾ ਚੌਕ ਮੁਸ਼ਤਾਕ ਠੇਕੇਦਾਰ ਦੇ ਘਰ ਦੇ ਬਾਹਰ, ਇਹਦਾ ਕੀ ਮਾਮਲਾ? ਉਸ ਦਿਨ
ਕਿਸ ਅੰਡਰਸਟੈਂਡਿੰਗ ਦੇ ਤਹਿਤ ਤੁਸੀਂ ਖੜੇ ਸੀ? ਲੋਕੀ ਇਲਜ਼ਾਮ ਲਗਾ ਰਹੇ ਨੇ ਤੁਹਾਡੇ ਤੇ। ਜਦੋਂ ਉਹ ਮੇਰੇ ਨਾਲ ਸੀ ਨਾ, ਮੇਰੇ ਵਾਲੀ ਮੋਟਰਸਾਈਕਲ ਰਾਤ ਨੂੰ ਇਹਨਾਂ ਲੈ ਲਈ ਸੀ। ਇਹਨਾਂ ਕਿਹਾ ਜੀ ਸਾਡੇ ਕੋਲ ਮੋਟਰਸਾਈਕਲ ਕੋਈ ਨਹੀਂ, ਅਸੀਂ ਸਵੇਰ ਜਿਹੜਾ ਨਾ ਕੁਲਸਾਤੇ ਦਾ ਸਮਾਨ ਲਿਆਣਾ ਮੰਡੀੋਂ, ਅਸੀਂ ਸਵੇਰ 6 ਵਜੇ ਨਿਕਲਣਾ, ਸਾਡੇ ਕੋਲ ਮੋਟਰਸਾਈਕਲ ਲਈ। ਮੇਰੇ ਵਾਲੀ ਮੋਟਰਸਾਈਕਲ ਇਹ ਲੈ ਗਏ ਨੇ, ਅੱਡ ਕੇ ਨੇ ਮੇਰੇ ਕੋਲ ਪੈਸੇ ਮੰਗੇ ਨੇ। ਇਹਨੇ ਕਿਹਾ ਉਸਤਾਦ ਜੀ ਅਸੀਂ ਕੁਲਸਾਤੇ ਦਾ ਸਮਾਨ ਲਿਆਣਾ, ਸਾਡੇ ਕੋਲ ਪੇਮੈਂਟ ਨਹੀਂ ਹੈ। ਕਿੰਨੇ ਪੈਸੇ ਮੰਗੇ ਸੀ? ਇਹਨੇ 10,000 ਰੁਪਈਆ ਮੰਗਿਆ ਸੀ। ਕਿੰਨੇ? ਇਹਨੇ ਸਾਹਿਲ ਨੇ ਆਪ ਮੰਗਿਆ ਸੀ? ਸਾਹਿਲ ਨੇ ਮੰਗਿਆ ਸੀ। ਉਹਨੇ ਕਿਹਾ ਉਸਤਾਦ ਜੀ ਸਾਡੇ ਕੋਲ ਪੈਸੇ ਕੋਈ ਨਹੀਂ ਦੇ, ਤੇ ਸਾਨੂੰ ਖਤਮ ਜੋ ਗਏ ਜਿਹੜਾ ਅਸੀਂ ਸਵੇਰ ਫਰੂਟ ਵਗੈਰਾ ਲਿਆਉਣਾ ਤੇ ਸਾਨੂੰ ਪੈਸੇ ਦਿਓ। ਮੈਂ ਉਦੋਂ ਡਾਕਟਰ ਦੇ ਕੋਲ ਆਪਣੀ ਜ਼ਾਤੀ ਤੌਰ ਤੇ ਦਵਾਈ ਲੈਣ ਗਿਆ ਸਾਂ। ਜਦੋਂ ਇਹਨਾਂ ਮੈਨੂੰ ਫੋਨ ਕੀਤਾ, ਡਾਕਟਰ ਨੇ ਕਿਹਾ ਕਿ ਯਾਰ ਮੈਂ ਵੀ ਘਰ ਨੂੰ ਜਾਣਾ ਤੇ ਆ ਜਾ ਮੇਰੇ ਨਾਲ, ਮੈਂ ਵੀ ਤੈਨੂੰ ਲਈ ਜਾਣਾ। ਉਹ ਜਦੋਂ ਆਪਦੇ ਘਰ ਉੱਥੇ ਮੈਨੂੰ ਲਾਉਣ ਲੱਗਾ, ਮੈਨੂੰ ਕਹਿੰਦਾ ਕਿੱਥੇ ਲਾਉਣਾ ਤੈਨੂੰ? ਮੈਂ ਕਿਹਾ ਮੈਂ ਝੰਡੇ ਚੌਂਕ ਲਾ ਦੇ, ਉੱਥੇ ਯਾਰ ਸਾਹਿਲ ਉਹ ਖਲੋਤੇ ਨੇ, ਬਲਾਲ ਤੇ ਸਾਹਿਲ ਖਲੋਤੇ ਨੇ, ਮੈਨੂੰ ਉੱਥੇ ਲਾ ਦੇ ਤੇ ਤੂੰ ਵਾਪਸ ਆ ਜੀ। ਉੱਥੇ ਖਲੋਤੇ ਆ, ਉੱਥੇ ਬੋਤਲਾਂ ਪੀਤੀਆਂ ਨੇ, ਪੀ ਕੇ ਸਾਹਿਲ ਵੀ ਚਲੇ ਗਏ ਨੇ ਤੇ ਡਾਕਟਰ ਵੀ ਚਲਾ ਗਿਆ। ਮੈਂ ਆਪਦੇ ਘਰ ਚਲਾ ਗਿਆ, ਉਹ ਆਪਦੇ ਘਰ ਸਾਰੇ ਚਲੇ ਗਏ। ਇਹ ਗੱਲਬਾਤ ਹੋਈ। ਮੁਸ਼ਤਾਕ ਭਾਈ ਤੁਸੀਂ ਇਹ ਦੱਸੋ ਕਿ ਕਬਰਕੁਸ਼ਾਈ ਦੇ ਵਿੱਚ ਤਖੀਰ ਤੇ ਦੇਰ ਕਿਉਂ ਹੋਈ? ਸਾਰੇ ਇਹਦੇ ਵਿੱਚ ਕੋਸ਼ਿਸ਼ ਮੇਰੀ ਵੀ ਹੈ ਸੀ ਕਿ ਸਾਡੇ ਤੇ ਬਿਲਾ ਵਜ੍ਹਾ ਜਿਹੜਾ ਦੇਰ ਕਰਨ ਦੀ ਕੋਸ਼ਿਸ਼ ਸੀ ਤੁਹਾਡੀ? ਨਹੀਂ ਜਲਦੀ ਹੋ ਸਕੇ। ਜਿਹੜਾ ਸਾਨੂੰ ਬਦਨਾਮ ਕੀਤਾ ਗਿਆ, ਸਾਡੇ ਤੇ ਬਿਲਾ ਵਜ੍ਹਾ ਇਲਜ਼ਾਮ ਲੱਗ ਰਿਹਾ ਹੈ, ਸਾਡੇ ਕਾਰੋਬਾਰ ਨੂੰ ਠੇਸ ਪਹੁੰਚ ਰਹੀ ਹੈ, ਸਾਨੂੰ ਪਰੇਸ਼ਾਨੀ ਮਿਲ ਰਹੀ ਹੈ। ਸਾਨੂੰ ਪਹਿਲੀ ਦਫਾ ਉਹਨਾਂ ਬੁਲਾਇਆ, ਅਸੀਂ ਗਏ ਹਾਂ, ਜਾ ਕੇ ਸੈਨ ਗੁੱਠੇ ਕੀਤੇ ਨੇ। ਜੱਜ ਨੇ ਸਾਨੂੰ ਪੁੱਛਿਆ, ਮੈਂ ਕਿਹਾ ਜੀ ਜਿਤਨੀ ਜਲਦੀ ਹੋ ਸਕਦਾ ਹੈ ਉਤਨੀ ਜਲਦੀ ਕਬਰਕੁਸ਼ਾਈ ਕੀਤੀ ਜਾਏ। ਅਗਾਂ ਜੋ ਵੀ ਮਾਮਲਾ ਤੇ ਉਹ ਸਾਹਿਲ ਨੂੰ ਪਤਾ ਹੈ, ਸਾਨੂੰ ਜਿਸ ਟਾਈਮ ਉਹਨਾਂ ਬੁਲਾਇਆ ਅਸੀਂ ਆ ਕੇ ਸੈਨ ਗੁੱਠੇ ਕਰ ਦਿੱਤੇ ਨੇ। ਤੁਹਾਡੀ ਤਰਫੋਂ ਕੋਈ ਇਨਕਾਰ ਨਹੀਂ ਹੋਇਆ ਕਿਸੇ ਵੀ ਸੂਰਤ? ਤੁਸੀਂ ਚਾਹੁੰਦੇ ਸੀ ਕਿ ਜਲਦੀ ਕਬਰਕੁਸ਼ਾਈ ਹੋਵੇ? ਅਸੀਂ ਇਹ ਚਾਹੁੰਦੇ ਸਾਂ ਕਿ ਜਿਤਨੀ ਜਲਦੀ ਹੋ ਸਕਦਾ ਹੈ ਉਤਨੀ ਜਲਦੀ ਇਹ ਕੰਮ ਹੋਵੇ, ਕਿਉਂਕਿ ਲੇਟ ਕਰਾਂਗੇ ਤਾਂ ਉਹਦੇ ਵਿੱਚ ਸਾਡਾ ਥੋੜ੍ਹਾ ਜਿਹਾ ਮਾਮਲਾ ਤਾਂ ਖਰਾਬ ਹੁੰਦਾ ਹੈ। ਮਾਮਲਾ ਤੋਂ ਮੁਰਾਦ ਇਹ ਹੈ ਕਿ ਸਾਡੇ ਕਾਰੋਬਾਰ ਨੂੰ ਇਸ ਟਾਈਮ ਠੇਸ ਪਹੁੰਚ ਰਹੀ, ਅਸੀਂ ਕਾਰੋਬਾਰ ਨਹੀਂ ਕਰ ਰਹੇ, ਕਿਉਂਕਿ ਅਸੀਂ ਕੰਮਾਂ 'ਤੇ ਜਾਵਾਂਗੇ ਕਿ ਅਸੀਂ ਇਹ ਮਾਮਲਾ ਤਾਂ ਸੰਭਾਲਾਂਗੇ। ਮੁਸ਼ਤਾਕ ਭਾਈ ਇਹ ਦੱਸੋ ਕਿ ਸ਼ਰਾਫਤ ਜਿਹੜਾ ਹੈ ਉਹ ਵੀ ਇਸ ਹੱਕ 'ਚ ਸੀ ਕਿ ਜਲਦੀ ਕਬਰਕੁਸ਼ਾਈ ਹੋਵੇ, ਜਾਂ ਸ਼ਰਾਫਤ ਨਹੀਂ ਸੀ ਚਾਹੁੰਦਾ? ਜਦੋਂ ਸਾਨੂੰ ਬੁਲਾਉਂਦੇ ਨੇ ਅਸੀਂ ਦੋਵੇਂ ਇਕੱਠੇ ਹੀ ਜਾਂਦੇ ਹਾਂ। ਅਸੀਂ ਸਾਡੀ ਦੋਵਾਂ ਦੀ ਇਕੱਠਿਆਂ ਦੀ ਸਾਨੂੰ ਲਹਿਦਾ ਪੁੱਛਦੇ ਨੇ, ਇਹ ਨਹੀਂ ਕਿ ਇਕੱਠੇ ਖੜੇ ਹਾਂ ਜਿਵੇਂ ਅਸੀਂ ਬੈਠੇ ਹਾਂ ਇਸੇ ਤਰੀਕੇ ਨਹੀਂ। ਮੈਨੂੰ ਲਹਿਦਾ ਪੁੱਛਦੇ ਨੇ, ਉਹਨੂੰ ਲਹਿਦਾ ਪੁੱਛਿਆ ਉਹਨਾਂ ਕਿਹਾ ਜੀ ਦੱਸੋ ਤੁਹਾਡਾ ਵਿੱਚ ਕੋਈ ਫਾਲਟ ਹੈ ਜਾਂ ਤੁਹਾਡੇ ਕੋਈ ਮਸਲਾ ਹੈ ਤਾਂ ਸਾਨੂੰ ਦੱਸ ਦਿਓ। ਅਸੀਂ ਕਿਹਾ ਜੀ ਸਾਨੂੰ ਕੋਈ ਮਸਲਾ ਨਹੀਂ, ਕਿਸੇ ਗੱਲ ਦਾ ਨਹੀਂ ਹੈ, ਤੁਸੀਂ ਆਪਦੀ ਬੇਫਿਕਰ ਹੋ ਕੇ ਕਬਰਕੁਸ਼ਾਈ ਕਰਾਓ। ਅਸੀਂ ਕੋਸ਼ਿਸ਼ ਕਰਨੇ ਆ ਕਿ ਜਿਤਨੀ ਜਲਦੀ ਹੋ ਸਕਦਾ ਉਤਨੀ ਜਲਦੀ ਕੰਮ ਹੋ ਜਾਵੇ। ਸਾਡਾ ਇਹਦੇ 'ਚ ਕੋਈ ਕਿਸੇ ਤਰ੍ਹਾਂ ਦਾ ਕੋਈ ਦਖਲਅੰਦਾਜ਼ ਨਹੀਂ ਹੈਗਾ ਵੀ ਲੇਟ ਹੋਵੇ ਜਾਂ ਕੋਈ ਮਸਲਾ ਮਸਾਇਲ ਹੋਵੇ। ਅਸੀਂ ਕਿਹਾ ਵੀ ਜਿਤਨੀ ਜਲਦੀ ਹੋ ਸਕਦਾ ਉਤਨੀ ਜਲਦੀ ਕੀਤੀ ਜਾਵੇ, ਕਿਉਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ। ਮੁਸ਼ਤਾਕ ਸਾਹਿਬ ਤੁਸੀਂ ਇਹ ਦੱਸੋ ਕਿ ਜਿਹੜਾ ਸ਼ਬੀਰ ਫੌਤ ਹੋ ਗਿਆ, ਉਹਦੀ ਵਾਲਦਾ ਜਿਹੜੀ ਹੈ ਉਹਨੇ ਤੁਹਾਡੇ ਨਾਲ ਪੈਸਿਆਂ ਦਾ ਹਿਸਾਬ ਕੀਤਾ ਸੀ? ਲੋਕੀ ਕਹਿੰਦੇ ਨੇ ਬਹੁਤ ਜ਼ਿਆਦਾ ਪੈਸੇ ਲੈਣੇ ਸੀ, ਇਹ ਸਾਰਾ ਮਾਮਲਾ ਉਹਦੀ ਵਜ੍ਹਾ ਤੋਂ ਵਿਗੜਿਆ, ਕੀ ਕਹੋਗੇ? ਨਹੀਂ ਜੀ, ਉਹਦੀ ਵਾਲਦਾ ਨੇ ਮੇਰੇ ਨਾਲ ਹਿਸਾਬ ਕਿਤਾਬ ਨਹੀਂ ਕੋਈ ਵੀ ਕੀਤਾ। ਜਿਸ ਟਾਈਮ ਉਹਦੀ ਡੈਥ ਹੋਈ ਹੈ ਉਸ ਟਾਈਮ ਮੇਰੇ ਸਾਹਮਣੇ ਉਹਦੀ ਵਾਲਦਾ ਨੇ ਉਹਦੀ ਜੇਬ ਵਿੱਚ ਜਿਹੜੀ ਚੀਜ਼ ਹੈ ਸੀ ਨਾ, ਕਾਪੀ ਸੀ ਹਿਸਾਬ ਵਾਲੀ, ਉਹ ਵੀ ਉਹਨੇ ਕੱਢ ਲਈ, ਵਿੱਚ ਹੋਰ ਕੁਝ ਚੀਜ਼ਾਂ ਸਨ ਉਹ ਵੀ ਉਹਨੇ ਕੱਢ ਲਈਆਂ। ਮੈਂ ਤੁਹਾਨੂੰ ਮੌਕੇ ਤੇ ਹੀ ਉਹਦੀ ਵਾਲਦਾ ਨੇ, ਉਹ ਮੰਨਦੀ ਹੈ ਗੱਲ? ਮੇਰੇ ਸਾਹਮਣੇ ਉਹਨੇ ਕੱਢਿਆ ਸਾਰਾ ਕੁਝ। ਮੈਂ ਉੱਥੇ ਮੌਜੂਦ, ਰੇਹੜੀ ਦੇ ਕੋਲ ਖਲੋਤਾ ਮੌਜੂਦ ਹਾਂ ਮੈਂ। ਅਗਰ ਉਹ ਹੁਣ ਨਾ ਮੰਨੇ ਉਹਦੀ ਆਪਣੀ ਮਰਜ਼ੀ ਹੈ, ਲੇਕਿਨ ਮੇਰੇ ਸਾਹਮਣੇ ਉਹਨੇ ਜਿਹੜਾ ਨਾ ਸਾਰਾ ਕੁਝ ਜੇਬਾਂ ਦੀ ਤਲਾਸ਼ੀ ਲੈ ਲਈ ਹੈ। ਜਦੋਂ ਜੇਬਾਂ ਦੀ ਤਲਾਸ਼ੀ ਲੈ ਲਈਏ ਉਸ ਤੋਂ ਬਾਅਦ ਕੁੱਲ ਸਾਤੇ ਵਾਲੇ ਦਿਨ ਮੈਨੂੰ ਸਾਹਿਲ ਨੇ ਪੁੱਛਿਆ, ਔਰ ਇਹਦਾ ਮਾਸੜ ਹੈਗਾ ਉਹਨੇ ਵੀ ਮੈਨੂੰ ਪੁੱਛਿਆ ਕਿ ਯਾਰ ਤੇਰਾ ਕੋਈ ਹੁੰਦਾ ਸ਼ਬੀਰ ਦਾ ਕੋਈ ਲੈਣ ਦੇਣ? ਮੈਂ ਕਿਹਾ ਜੀ 4 ਤੋਂ 5,000 ਰੁਪਈਆ ਅੱਗੇ ਸੱਚੀ ਹੁੰਦਾ ਦੇਣਾ। ਜਿਸ ਟਾਈਮ ਤੁਹਾਡਾ ਦਿਲ ਚਾਹਵੇ ਮੈਨੂੰ ਫੋਨ ਕਰਿਆ ਜੇ, ਉਸੇ ਟਾਈਮ ਤੁਹਾਨੂੰ ਮੈਂ ਪੈਸੇ ਦੇ ਦਿਆਂ। ਤੇ ਮੁਸ਼ਤਾਕ ਸਾਹਿਬ ਇੱਕ ਹੋਰ ਬੰਦਾ ਦਾੜੀ ਵਾਲਾ ਲਾਈਫ ਇਸਲਾਮੀ ਚੈਨਲ ਦੇ ਉੱਤੇ ਆ ਕੇ ਇੰਟਰਵਿਊ ਕਰ ਰਿਹਾ, ਉਹ ਕਹਿ ਰਿਹਾ ਜੀ ਮੁਸ਼ਤਾਕ ਦਾ ਕਿਰਦਾਰ ਹੀ ਇਹੋ ਜਿਹਾ ਇੰਜ ਹੀ ਕਰਦਾ ਹੈ। ਉਹ ਹਾਲਾਂਕਿ ਮੌਕੇ ਤੇ ਮੌਜੂਦ ਨਹੀਂ ਸੀ, ਉਸ ਦਿਨ ਸਾਹੀਵਾਲ ਸੀ, ਸ਼ਾਇਦ ਤੁਸੀਂ ਉਹ ਵੀਡੀਓ ਵੀ ਦੇਖੀ ਹੋਵੇ। ਉਹ ਬੰਦੇ ਨੇ ਤੁਹਾਡੇ ਤੇ ਇਲਜ਼ਾਮ ਕਿਉਂ ਲਾਇਆ? ਕਿਆ ਉਹ ਬੰਦਾ ਤੁਹਾਡੇ ਕੋਲ ਕੰਮ ਕਰਦਾ ਸੀ? ਕੰਮ ਉਹ ਮੇਰੇ ਕੋਲ 4-5 ਦਿਨ ਕਰਕੇ ਗਿਆ ਔਰ ਹਕੀਕਤ ਕਰਕੇ ਗਿਆ, ਇਹ ਨਹੀਂ ਕਿ ਝੂਠ ਹੈ। ਜਿਹੜੀਆਂ ਉਹਨੇ ਗੱਲਾਂ ਪਤਾ ਕੀਤੀਆਂ ਨਾ, ਉਹਨੇ ਬਿਲਕੁਲ ਝੂਠ ਕੀਤੀਆਂ ਨੇ ਕਿ ਉਹ ਲੰਬਰ ਬੰਦ ਕਰ ਦਿੰਦਾ, ਉਹ ਇਹ ਕਰ ਦਿੰਦਾ, ਉਹ ਕਰ ਦਿੰਦਾ। ਇਹ ਉਹਨੇ ਗੱਲਾਂ ਬਿਲਕੁਲ ਝੂਠ ਕੀਤੀਆਂ ਨੇ, ਕਿਉਂਕਿ ਅਗਰ ਮੈਂ ਲੇਬਰ ਕੋਲ ਕੰਮ ਕਰਵਾਉਣਾ, ਇੱਕ ਦਿਹਾੜੀ ਮੈਂ ਲਵਾ ਲਈਏ, ਅਗਰ ਮੈਨੂੰ ਮਾਲਕ ਪੇਮੈਂਟ ਨਹੀਂ ਦਿੰਦਾ ਉਹਨਾਂ ਨੂੰ ਮੈਂ ਖਰਚਾ ਮਰਚਾ ਦੇ ਦੇਣਾ, ਦੂਸਰੀ ਦਿਹਾੜੀ ਤੇ ਮੈਂ ਲੇਬਰ ਦੀ ਪੇਮੈਂਟ ਕਲੀਅਰ ਕਰ ਦੇਣਾ। ਜਿਹੜੇ ਮੇਰੇ ਕੋਲ ਪੱਕੇ ਬੰਦੇ ਮੌਜੂਦ ਨੇ ਜਿਨ੍ਹਾਂ ਕੋਲ ਖਾਤੇ ਲੱਗੇ ਨੇ, ਉਹਨਾਂ ਦੇ ਮਹੀਨੇ ਮੈਂ ਹਿਸਾਬ ਕਰਨਾ। ਜਿਹੜਾ ਬਾਹਰੋਂ ਬੰਦਾ ਲਿਆਂਦਾ ਸੀ, ਸ਼ਬੀਰ ਲਿਆਵੇ, ਮੈਂ ਲਿਆਵਾਂ, ਬਲਾਲ ਲਿਆਵੇ, ਜਿਹੜਾ ਵੀ ਲਿਆਂਦਾ ਸੀ ਉਹਨਾਂ ਦੀ ਮੈਂ ਦਿਹਾੜੀ ਜਿਹੜੀ ਸੀ ਨਾਲ ਦਿੱਤੀ ਰੱਖਦਾ ਸਾਂ। ਇਹਦਾ ਮਤਲਬ ਸ਼ਬੀਰ ਤੁਹਾਡੇ ਨਾਲ ਬਿਹਤਰੀਨ ਅੰਡਰਸਟੈਂਡਿੰਗ ਨਾਲ ਚੱਲ ਰਿਹਾ ਸੀ, ਸ਼ਬੀਰ ਵੀ ਬੰਦੇ ਨਾਲ ਲਿਆਂਦਾ ਹੁੰਦਾ ਸੀ ਤੇ ਤੁਸੀਂ ਵੀ ਮਿਲ ਕੇ ਦੋਨੇ ਕੰਮ ਕਰਦੇ ਸੀ? ਮਿਲ ਕੇ ਕੰਮ ਨਹੀਂ ਸੀ ਕਰਦੇ, ਅਸੀਂ ਦਿਹਾੜੀ ਮੇਰੇ ਕੋਲ ਕਰਦਾ ਸੀ,
ਲੇਕਿਨ ਇਹ ਹੈ ਕਿ ਜਦੋਂ ਮੈਨੂੰ ਬੰਦਿਆਂ ਦੀ ਜ਼ਰੂਰਤ ਪੈਂਦੀ ਸੀ ਨਾ, ਇਹਨਾਂ ਦੇ ਖੁਦ ਰਿਸ਼ਤੇਦਾਰ ਨੇ 5-6 ਬੰਦੇ, ਉਹ ਮੈਨੂੰ ਦੱਸ ਦਿੰਦਾ ਹੁੰਦਾ ਕਿ ਉਸਤਾਦ ਜੀ 2-3 ਬੰਦੇ ਵਿਹਲੇ ਨੇ, ਅਗਰ ਕਹਿੰਦੇ ਜੇ ਤਾਂ ਮੈਂ ਬੰਦੇ ਲੈ ਆਣਾ। ਕੰਮ ਦੇ ਹਿਸਾਬ ਨਾਲ ਅੱਗੋਂ ਨੂੰ ਮੈਂ ਕਹਿ ਦਿੰਦਾ ਸੀ ਵੀ ਚਲੋ 1 ਜਾਂ 2 ਬੰਦੇ ਲਿਆਵੀਂ, ਜ਼ਿਆਦਾ ਬੰਦੇ ਨਾ ਲਿਆਵੀਂ। ਉਹ ਵੀ ਜਦੋਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਬੰਦੇ ਕੋਈ ਫਾਰਗ ਹੁੰਦੇ ਸਨ। ਇਹ ਨਹੀਂ ਕਿ ਮੈਂ ਆਪਦੀ ਮਰਜ਼ੀ ਨਾਲ, ਉਹਨਾਂ ਦੀ ਮਰਜ਼ੀ ਨਾਲ ਵੀ ਯਾਰ ਉਹ ਬੰਦੇ ਮਾੜੇ ਨੇ, ਮਜ਼ਦੂਰ ਨੇ, ਨਿੱਕੇ ਨਿੱਕੇ ਬੱਚੇ ਨੇ ਉਹਨਾਂ ਦੇ, ਤੇ ਚਲੋ ਉਹਨਾਂ ਦੀ ਦਿਹਾੜੀ ਲੱਗ ਜਾਏਗੀ, ਬੱਚਿਆਂ ਦੀ ਰੋਜ਼ੀ ਚੱਲ ਜਾਏਗੀ, ਤੇ ਮੈਂ ਕਹਿੰਦਾ ਵੀ ਚਲੋ ਠੀਕ ਹੈ 1 ਜਾਂ 2 ਬੰਦੇ ਲੈ ਆਈ। ਤੇ ਮੁਸ਼ਤਾਕ ਭਾਈ, ਇਹ ਜਿਹੜੀ ਹੁਣ ਪੋਸਟਮਾਰਟਮ ਦੀ ਰਿਪੋਰਟ ਆਉਣ ਵਾਲੀ ਏ, ਉਹਦੇ ਬਾਰੇ ਕੀ ਕਹੋਗੇ? ਉਹਦੇ ਬਾਰੇ ਅਸੀਂ ਕੀ ਕਹਿਣਾ, ਜੋ ਵੀ ਹੋਏਗਾ, ਜੋ ਅੱਲਾ ਨੂੰ ਮਨਜ਼ੂਰ ਉਹ ਹੀ ਹੋਣਾ। ਕੋਈ ਖਬਰ ਆਈ ਹੋਵੇ? ਫਿਲਹਾਲ ਅਜੇ ਕੋਈ ਖਬਰ ਨਹੀਂ ਹੈ ਸਾਨੂੰ, ਅਜੇ ਕੋਈ ਕਨਫਰਮ ਨਹੀਂ ਹੈ ਵੀ ਕਦੋਂ ਆਣੀ ਹੈ, ਕੀ ਗੱਲਬਾਤ ਹੈ ਕੀ ਨਹੀਂ। ਠੀਕ ਹੈ ਨਾਜ਼ਰੀਨ, ਜੈਸਾ ਕਿ ਤੁਸੀਂ ਦੇਖਿਆ ਕਿ ਮੁਸ਼ਤਾਕ ਠੇਕੇਦਾਰ ਨੇ ਆਪਣਾ ਮੌਕਫ ਦੇ ਦਿੱਤਾ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਕੋਈ, ਯਾਨੀ ਕਿ ਇਹਨਾਂ ਦੀ ਕੋਈ ਹੈਜ਼ੀਟੇਸ਼ਨ ਨਹੀਂ, ਕੋਈ ਨਹੀਂ ਇਹਨਾਂ ਦੀ ਕਿਸੇ ਤਰ੍ਹਾਂ ਵੀ ਇਹ ਨਹੀਂ ਚਾਹੁੰਦੇ ਕਿ ਤਖੀਰ ਹੋਵੇ। ਇਹ ਚਾਹੁੰਦੇ ਨੇ ਕਿ ਬਿਲਾ ਤਖੀਰ ਕੰਮ ਹੋਵੇ ਤਾਂ ਕਿ ਮੇਰਾ ਜਿਹੜਾ ਕਾਰੋਬਾਰੀ ਨੁਕਸਾਨ ਹੋ ਰਿਹਾ ਮੈਂ ਉਹਦੇ ਤੋਂ ਬਚ ਸਕਾਂ। ਔਰ ਇਹਨਾਂ ਨੇ ਕੋਈ ਹਰਬਾ ਇਸਤੇਮਾਲ ਨਹੀਂ ਕੀਤਾ। ਲੋਕ ਇਹਨਾਂ ਦੇ ਇਲਜ਼ਾਮ ਲਗਾ ਰਹੇ हैं। ਅਸੀਂ मुश्ताक साहब का शुक्रिया अदा करते हैं और इंशाल्लाह बाकी जो वीडियो हमारे साथ बनेंगी इसके अलावा भी आप उसके लिए देखते रहें हमारा राजा न्यूज़ नेटवर्क और सब्सक्राइब कर लें ताकि आपको मुकम्मल अपडेट्स मिलती रहें।